Hello and welcome to Siddhi Punjab. So today we are going to discuss the current affairs related to 22nd and 23rd August. ठीक है जी आगे बढ़ने तो पहला all the various programs that we are running for your benefit are presented here. अगर you are seeking for guidance where you can get to know कि आगे चल के preparation किਵੇਂ करनी है, then you can take our mentorship program. टेस्ट सीरीज भी अवेलेबल है प्रीलिम्स ਦੀ ਟੈਸਟ ਸੀਰੀਜ਼ ਹਜੇ ਅਵੇਲੇਬਲ ਹੈ ਮੇਨਸ ਦੀ ਜਲਦ ਹੀ ਪਾਈਪਲਾਈਨ ਵਿੱਚ ਹੈ ਵੀ ਵਿਲ ਲੈਟ ਯੂ ਨੋ ਐਸ ਸੂਨ ਐਸ ਵੀ ਲਾਂਚ ਇਟ ਐਂਡ ਫਾਈਨਲੀ ਜੀਐਸ ਫੁੱਲ ਕੋਰਸ ਅਗਰ ਤੁਸੀਂ ਲਗਾਉਣਾ ਚਾਹੁੰਦੇ ਹੋ then new batches are coming up every day so you can call us and get a demo class also online offline mode हर अवेलेबल है राइट ਅੱਗੇ ਵਧਦੇ हैं so there are few topics ਜਿਹੜੇ ਅੱਜ ਆਪਾਂ ਡਿਸਕਸ ਕਰਨੇ हैं let's get into the discussion directly ਮਾਨ launches ਮੇਰਾ ਬਿੱਲ ਐਪ ठीक है जी पंजाब गवर्नमेंट ने नई ऐप लॉन्च ਕੀਤੀ ਹੈ ਸੋ ਪ੍ਰੀਲਿਮਸ ਮੇਨਸ ਚ ਯੂਜ਼ਫੁਲ ਹੋ ਸਕਦੀ ਹੈ ਆਪਾਂ ਨੂੰ ਕਵਰ ਕਰਨੀ ਚਾਹੀਦੀ ਹੈ ਇਸ ਚ ਹੈ ਕਿਆ ਮੇਰਾ ਬਿੱਲ ਐਪ ਜਿਵੇਂ ਕਿ ਐਪ ਦਾ ਨਾਮ ਹੈ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਕੋਈ ਵੀ ਪਰਚੇਸ ਕਰ ਰਹੇ ਹੋ ਜਿਵੇਂ ਉਹਦੇ ਲਈ ਬਿੱਲ ਜ਼ਰੂਰ ਲਓ ਇਹ ਇਸ ਚੀਜ਼ ਤੇ ਐਮਫੈਸਿਸ ਕੀਤਾ ਜਾ ਰਿਹਾ ਹੈ ਠੀਕ ਹੈ ਬਿੱਲ ਲਓਗੇ ਤਾਂ ਕਰਪਸ਼ਨ ਜਿਹੜੀ ਟੈਕਸ ਇਵੇਜਨ ਹੁੰਦੀ ਹੈ ਲੋਕਾਂ ਦੇ ਦੁਆਰੇ ਬਿਜ਼ਨਸਮੈਨ ਦੁਆਰੇ ਦੁਕਾਨਦਾਰਾਂ ਦੁਆਰੇ ਉਹਨੂੰ ਰੋਕਣ ਦੀ ਗਵਰਨਮੈਂਟ ਕੋਸ਼ਿਸ਼ ਕਰ ਰਹੀ ਹੈ so when you seek bill the tax the transaction is invoiced and tax ਜਿਹੜਾ ਹੈ evade ਨਹੀਂ ਕਰ ਸਕਦਾ ਨਹੀਂ ਤਾਂ ਤੁਸੀਂ ਦੇਖੋ ਬਹੁਤ ਸਾਰੇ ਦੁਕਾਨਦਾਰ ਦਵਾਈਆਂ ਲੈਣ ਜਾਓ ਜਾਂ any ਸਮਾਨ that you buy mostly ਬਿੱਲ ਨਹੀਂ ਦਿੱਤਾ ਜਾਂਦਾ ਉਹਦਾ ਪਰਪਸ ਇਹੀ ਹੁੰਦਾ ਟੈਕਸ ਨੂੰ evade ਕਰਨਾ ਨਾਓ ਇਹ ਸਕੀਮ ਦੇ ਵਿੱਚ ਇਹ ਐਪ 'ਚ ਕੀ ਕੀਤਾ ਜਾ ਰਿਹਾ ਹੈ ਤੁਹਾਨੂੰ ਪੁਸ਼ ਕੀਤਾ ਜਾ ਰਿਹਾ ਹੈ ਟੂ ਟੇਕ ਬਿਲਸ ਤੁਸੀਂ ਬਿੱਲ ਲਓ ਇਹਨਾਂ ਦੀ ਇਹ ਐਪ ਤੇ ਅਪਲੋਡ ਕਰੋ ਮੇਰਾ ਬਿੱਲ ਐਪ ਤੇ ਐਂਡ ਯੂ ਵਿਲ ਗੈਟ ਮਨੀ ਇਨ ਰਿਟਰਨ ਫॉर दैट ਠੀਕ ਹੈ ਕੁਝ ਛੋਟਾ ਜਿਹਾ ਅਮਾਉਂਟ ਮਿਲੇਗਾ ਐਜ਼ ਅ ਰਿਵਾਰਡ ਤਾਂ ਇਹਦੇ ਨਾਲ ਕੀ ਹੋਏਗਾ ਕਰਪਸ਼ਨ ਤੇ ਕਾਊਂਟਰ ਚੈੱਕ ਕੀਤਾ ਜਾਏਗਾ ਗਵਰਨਮੈਂਟ ਦੁਆਰਾ ਤੇ ਤੁਹਾਨੂੰ ਪੈਸਾ ਮਿਲ ਜਾਏਗਾ ਰਾਈਟ ਸੋ ਮੇਰਾ ਬਿੱਲ ਐਪ ਅੰਡਰ ਬਿੱਲ ਲਿਆਓ ਇਨਾਮ ਪਾਓ ਸਕੀਮ ਠੀਕ ਹੈ ਬਿੱਲ ਬ੍ਰਿੰਗ ਅ ਬਿੱਲ ਐਂਡ ਗੈਟ ਅ ਰਿਵਾਰਡ ਠੀਕ ਹੈ ਸੋ ਮੇਨ ਏਮ ਇਹਦਾ ਹੈ ਟੂ ਚੈੱਕ ਟੈਕਸ ਇਵੇਜਨ ਰਾਈਟ ਸੋ ਆਨਸਰਸ ਚ ਵੀ ਯੂਜ਼ ਕਰ ਸਕਦੇ ਹੋ ਤੁਸੀਂ ਇਹਨੂੰ ਯਾਦ ਰੱਖਣਾ ਹੈ then 1500 crore power theft in ਪੰਜਾਬ ਰਾਈਟ ਸੋ ਨਵਾਂ ਡਾਟਾ ਆਇਆ ਹੈ ਪਾਵਰ ਥੈਫਟ ਦੀ ਪ੍ਰੋਬਲਮ ਪੂਰੇ ਇੰਡੀਆ ਵਿੱਚ ਬਹੁਤ ਜ਼ਿਆਦਾ ਹੈ ਤੁਸੀਂ ਮੇਬੀ ਪਿੰਡਾਂ ਵਿੱਚ ਵੀ ਐਕਸਪੀਰੀਅੰਸ ਕੀਤਾ ਹੋਵੇ ਕੁੰਡੀਆਂ ਪਾ ਪਾ ਕੇ ਲੋਕ ਪਾਵਰ ਚੁਰਾਉਣ ਦੀ ਕੋਸ਼ਿਸ਼ ਕਰਦੇ ਨੇ ਰਾਈਟ ਸੋ ਪੰਜਾਬ ਵਿੱਚ ਇਹ ਕਾਫੀ ਜ਼ਿਆਦਾ ਵੱਡਾ ਪ੍ਰੋਬਲਮ ਹੈ ਤੁਸੀਂ ਦੇਖੋ ਰੂਰਲ ਪੋਪੂਲੇਸ਼ਨ ਬਹੁਤ ਜ਼ਿਆਦਾ ਹੈ ਐਗਰੀਕਲਚਰ ਡੋਮੀਨੈਂਟ ਸਟੇਟ ਹੈ ਪੰਜਾਬ ਸੋ ਪੰਜਾਬ ਵਿੱਚ ਪਾਵਰ ਥੈਫਟ ਦੀ ਇਸ਼ੂ ਕਾਫੀ ਜ਼ਿਆਦਾ ਹੈ ਤਾਂ ਉਹ ਤੇ ਹੀ ਇਹ ਡਾਟਾ ਪ੍ਰੈਜ਼ੈਂਟ ਕੀਤਾ ਗਿਆ ਹੈ ਕਿ 1500 ਕਰੋੜ ਦਾ ਲਾਸ ਜੋੜਾ ਹੈ ਆਪਣੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੂੰ ਹੋਇਆ ਹੈ ਬਿਕੋਜ਼ ਆਫ ਦੀ ਸਟੀਲਿੰਗ ਆਫ ਪਾਵਰ that is going on in the state ਰਾਈਟ ਤੇ ਮੈਜੋਰਿਟੀ ਏਰੀਆਜ਼ ਜਿੱਥੇ ਸਟੀਲਿੰਗ ਦੇਖੀ ਜਾ ਰਹੀ ਹੈ ਉਹ ਹੈ ਤਰਨਤਾਰਨ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਮੁਕਤਸਰ ਸਰ ਠੀਕ ਹੈ ਜੀ ਇੱਥੇ 40% ਪਾਵਰ ਡਿਸਟ੍ਰੀਬਿਊਸ਼ਨ ਲਾਸ ਦੇਖਿਆ ਜਾ ਰਿਹਾ ਹੈ ਮਤਲਬ ਜਦੋਂ ਇਹ ਕਮਿਸ਼ਨ ਜੋ ਹੈ ਪਾਵਰ ਭੇਜਦੀ ਹੈ ਲੋਕਾਂ ਦੇ ਘਰਾਂ ਤੱਕ ਰਾਸਤੇ ਵਿੱਚ ਹੀ 40% ਪਾਵਰ ਦਾ ਲਾਸ ਹੋ ਜਾਂਦਾ ਹੈ ਡਿਸਟ੍ਰੀਬਿਊਸ਼ਨ ਦੇ ਟਾਈਮ ਤੇ ਹੀ 40% ਲਾਸ ਹੈ ਸੋ ਇਹ ਬਹੁਤ ਵੱਡਾ ਲਾਸ ਹੈ ਇਹਨੂੰ ਆਪਾਂ ਨੂੰ ਮਿਲ ਕੇ ਸੋਲਵ ਕਰਨਾ ਪੜੇਗਾ until then you can just keep this data with you and use it in answers economy ਦੇ answers 'ਚ use ਆ ਸਕਦਾ ਹੈ ਨੈਕਸਟ ਹੈ ਇੰਟਰਨੈਸ਼ਨਲ ਰਿਲੇਸ਼ਨਸ ਦੇ ਪੁਆਇੰਟ ਆਫ View ਤੋਂ ਬ੍ਰਿਕਸ ਸਮਿਟ ਕਾਫੀ ਇੰਪੋਰਟੈਂਟ ਹੈ ਆਪਾਂ ਥੋੜਾ ਜਿਹਾ ਤਾਂ ਪਹਿਲਾਂ ਡਿਸਕਸ ਕਰ ਹੀ ਚੁੱਕੇ ਆਈ ਵਿਲ ਡਿਸਕਸ ਮੋਰ ਪੁਆਇੰਟਸ that have come up in the news so BRICS as the acronym says ਪੰਜ ਨੇਸ਼ਨਸ ਨੂੰ ਮਿਲ ਕੇ ਬਣਿਆ ਹੈ ਰਾਈਟ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਐਂਡ ਸਾਊਥ ਅਫਰੀਕਾ ਰਾਈਟ ਇਹ ਸ਼ੁਰੂ ਹੋਇਆ ਸੀ ਬ੍ਰਿਕ ਤੋਂ ਸਾਊਥ ਅਫਰੀਕਾ ਜਿਹੜਾ ਹੈ 2010 ਵਿੱਚ ਜੁਆਇਨ ਕੀਤਾ ਹੈ ਠੀਕ ਹੈ ਇਹ ਇਕਰੋਨੀਅਮ ਬ੍ਰਿਕ ਜਿਹੜਾ ਹੈ 2001 ਦੇ ਵਿੱਚ ਜਿਮ ਓਨੀਲ ਨੇ ਪ੍ਰੈਜ਼ੈਂਟ ਕੀਤਾ ਸੀ ਇੱਕ ਪੇਪਰ ਦੇ ਵਿੱਚ ਟੂ ਸ਼ੋਕੇਸ ਥੀਸ ਇਮਰਜਿੰਗ ਇਕੋਨਮੀਜ਼ ਠੀਕ ਹੈ ਉਸ ਟਾਈਮ ਤੇ ਇਹ ਛੋਟੀ ਇਕੋਨਮੀ ਸੀ ਜਿਨ੍ਹਾਂ ਦਾ ਪੋਟੈਂਸ਼ੀਅਲ ਫਿਊਚਰ 'ਚ ਟਰਾਂਸਫਾਰਮ ਕਰਨ ਦਾ ਬਹੁਤ ਸੀ ਐਂਡ ਯੂ ਸੀ ਅੱਜ ਚਾਈਨਾ ਸੈਕੰਡ ਲਾਰਜੈਸਟ ਇਕੋਨਮੀ ਹੈ ਇੰਡੀਆ ਥਰਡ ਲਾਰਜੈਸਟ ਇਕੋਨਮੀ ਹੈ ਇਨ ਦਾ ਪੀਪੀਪੀ ਟਰਮਸ ਠੀਕ ਹੈ ਵੈਸੇ ਇਹ ਟਰਮ ਜਿਹੜੀ ਹੈ ਐਕਚੁਅਲੀ ਕੋਇਨ ਕੀਤੀ ਸੀ ਰੂਪਾ ਪੁਰਸ਼ੋਤਮ ਨੇ ਆਪਦੇ ਰਿਸਰਚ ਪੇਪਰ 'ਚ ਦੈਟ ਮੀਨਸ ਇੱਕ ਇੰਡੀਅਨ ਨੇ ਹੀ ਕੋਇਨ ਕੀਤੀ ਹੈ ਆਲਸੋ ਸਾਰਾ ਕ੍ਰੈਡਿਟ ਇਜ਼ ਗੋਇੰਗ ਟੂ ਦਿਸ ਜਿਮ ਓਨੀਲ ਜਿਹਨੇ ਪੋਪੂਲਰਾਈਜ਼ ਕੀਤੀ ਹੈ ਠੀਕ ਹੈ ਬਟ ਰਿਮੈਂਬਰ ਦਿਸ ਕਿਉਂਕਿ ਕਈ ਵਾਰ ਪੀਪੀਐਸਸੀ ਜਿਹੜਾ ਹੈ ਪ੍ਰੀਲਿਮਸ 'ਚ ਇਹੀ ਕੁਐਸਚਨ ਪੁੱਛਦਾ ਹੈ ਕਿ ਕਿਹੜੀ ਟਰਮ ਕਿਹਨੇ ਕੋਇਨ ਕੀਤੀ ਹੈ ਲਾਈਕ ਦੇ ਹੈਵ ਆਸਕਡ ਔਨ ਬਿਊਰੋਕ੍ਰੇਸੀ ਕਿਹਨੇ ਕੋਇਨ ਕੀਤਾ ਹੈ ਸੋ ਥਿੰਗਸ ਲਾਈਕ ਦੈਟ ਸੋ ਯੂ ਕੈਨ ਰਿਮੈਂਬਰ ਦਿਸ ਦੋਨੋਂ ਨਾਮ ਰਾਈਟ ਸੋ ਫਰਸਟ ਫਾਰਮਲ ਮੀਟਿੰਗ ਬ੍ਰਿਕਸ ਦੀ 2009 ਵਿੱਚ ਹੋਈ ਸੀ ਉਸ ਤੋਂ ਬਾਅਦ ਬ੍ਰਿਕਸ ਜਿਹੜਾ ਹੈ ਰੈਗੂਲਰ ਇੰਟਰਵਲਸ ਤੇ ਹੋ ਰਿਹਾ ਹੈ ਹੁਣ ਬ੍ਰਿਕਸ ਦਾ ਸਿਗਨੀਫੀਕੈਂਸ ਕਿਆ ਹੈ ਕਿਉਂ ਇੰਡੀਆ ਇਹਦਾ ਪਾਰਟਿਸਿਪੇਟ ਕਰਦਾ ਹੈ ਕਿਉਂ ਇਹਦਾ ਮੈਂਬਰ ਹੈ
ਰਾਈਟ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬ੍ਰਿਕਸ ਹੈ ਇਹ ਪੂਰਾ ਇਹਨੂੰ ਅਗਰ ਇਹਦੀ ਪੋਪੂਲੇਸ਼ਨ ਤੁਸੀਂ ਅਗਰ ਦੇਖੋ ਤਾਂ 40% ਆਫ ਦੀ ਵਰਲਡ ਇਸ ਬ੍ਰਿਕਸ ਦੀ ਇਸ ਮੀਟਿੰਗਸ 'ਚ ਬੈਠਾ ਹੁੰਦਾ ਹੈ ਜਦੋਂ ਬ੍ਰਿਕਸ ਮੀਟ ਕਰਦੇ ਹੈ, ਰਾਈਟ। ਪੂਰੇ ਵਰਲਡ ਦਾ 25% ਜਾਂ 1/4 ਜਿਹੜਾ ਇਹ ਕਨਸਟੀਟਿਊਟ ਕਰਦੇ ਨੇ, ਰਾਈਟ। ਜੀਓ ਇਕਨੋਮਿਕਸ ਪੁਆਇੰਟ ਤੋਂ ਇਹ ਕਾਫੀ ਇੰਪੋਰਟੈਂਟ ਹੈ। ਦੇਖੋ ਬ੍ਰਿਕਸ ਤੋਂ ਪਹਿਲਾਂ ਕਿਆ ਸੀ, ਵਰਲਡ ਬੈਂਕ, IMF ਇਹ ਜਿਹੇ ਇੰਸਟੀਟਿਊਸ਼ਨਸ ਬਹੁਤ ਡੋਮੀਨੇਟ ਕਰਦੇ ਸੀ ਆਪਣੀ ਇਕੋਨਮੀ ਨੂੰ, ਆਪਣੀ ਸਾਰੀ ਗਲੋਬਲ ਇਕੋਨਮੀ ਨੂੰ। ਐਂਡ these are the institutions that are led by west countries यानी कि USA या अदर डेवलप्ड कंट्रीज। सो इंडिया, चाइना या अदर कंट्रीज ਨੂੰ ਇਹ ਪਸੰਦ ਨਹੀਂ ਸੀ ਕਿ ਸਾਰਾ world is controlled by USA and these developed countries, so they wanted to create an alternative to this west led system, and that is where BRICS has played a very important role। NDB ਤੁਸੀਂ ਸੁਣਿਆ ਹੋ, ਨੈਸ਼ਨਲ ਡਿਵੈਲਪਮੈਂਟ ਬੈਂਕ, ਇਹ ਬਹੁਤ ਇੰਪੋਰਟੈਂਟ ਬੈਂਕ ਜਿਹੜਾ ਇਹਨਾਂ ਨੇ ਐਸਟੈਬਲਿਸ਼ ਕੀਤਾ ਹੈ ਐਜ਼ ਐਨ ਆਲਟਰਨੇਟਿਵ ਟੂ ਵਰਲਡ ਬੈਂਕ ਐਂਡ IMF। ਠੀਕ ਹੈ। ਸੋ ਜੀਓ ਇਕਨੋਮਿਕਸ 'ਚ ਸਭ ਤੋਂ ਜ਼ਿਆਦਾ ਰੋਲ ਹੈ ਇਹਦਾ ਵੈਸਟਰਨ ਸੈਂਕਸ਼ਨਸ ਨੂੰ ਓਵਰਕਮ ਕਰਨਾ, ਵੈਸਟਰਨ ਫਾਈਨੈਂਸ਼ੀਅਲ ਸਿਸਟਮ ਨੂੰ ਦੀ ਡੋਮੀਨੇਸ਼ਨ ਨੂੰ ਕਾਊਂਟਰ ਕਰਨ ਲਈ ਬ੍ਰਿਕਸ ਨੇ ਬਹੁਤ ਇੰਪੋਰਟੈਂਟ ਰੋਲ ਨਿਭਾਇਆ ਹੈ, ਰਾਈਟ। ਸੋ ਇसीलिए ब्रिक्स इंपॉर्टेंट है। ब्रिक्स ਨੂੰ ਐਜ਼ ਅ ਰਾਈਵਲ, ਜੀਓਪੋਲਿਟੀਕਲ ਰਾਈਵਲ ਆਫ G7 ਐਂਡ ਇਮਰਜਿੰਗ ਇਕੋਨਮੀਜ਼ ਦੀ ਮੂਵਮੈਂਟ ਦੀ ਤਰ੍ਹਾਂ ਵੀ ਦੇਖਿਆ ਗਿਆ ਸੀ ਜਦੋਂ ਇਹ ਬਿਗਨ ਹੋਇਆ ਸੀ। ਆਲਦੋ ਹੁਣ ਕਾਫੀ ਚੈਲੰਜਸ ਆ ਰਹੇ ਨੇ, ਬਟ ਇਹਦਾ ਵਿਜ਼ਨ ਜਿਹੜਾ ਸੀ ਉਦੋਂ ਕਾਫੀ ਪ੍ਰੋਸਪੈਕਟਿਵ ਸੀ। 2010 2015 ਦੇ ਅਰਾਊਂਡ ਇਹਨੂੰ ਕਾਫੀ ਬ੍ਰਾਈਟ ਮੰਨਿਆ ਜਾ ਰਿਹਾ ਸੀ, ਰਾਈਟ। ਹੁਣ ਇਹਦੀ ਐਕਸਪੈਂਸ਼ਨ ਦੀ ਵੀ ਗੱਲਾਂ ਚੱਲ ਰਹੀਆਂ ਹੈ that more members other than these 5 members will be added, right। ਸੋ ਜਿਵੇਂ ਗਲਫ ਕੰਟਰੀਜ਼ ਇੰਟਰਸਟਿਡ ਹੈ to get into this membership ਤਾਂ ਕਿ ਉਹ ਹੋਰ ਗਲੋਬਲ ਬੋਡੀਜ਼ ਦੇ ਵਿੱਚ they are trying to get involved into various global bodies, ਠੀਕ ਹੈ, ਆਪਦੇ ਬਿਜ਼ਨਸ ਨੂੰ ਵਧਾਉਣ ਲਈ, ਆਪਦੇ ਰਿਲੇਸ਼ਨਸ ਨੂੰ ਵਧਾਉਣ ਲਈ, ਰਾਈਟ। ਅਫਰੀਕਨ ਕੰਟਰੀਜ਼ ਇਹਦਾ ਪਾਰਟ ਬਣਨਾ ਚਾਹੁੰਦੀਆਂ ਹੈ ਤਾਂ ਕਿ ਸਾਊਥ ਅਫਰੀਕਾ ਹੀ ਸਿਰਫ ਇਹਦਾ ਪਾਰਟ ਨਾ ਹੋ, ਆਲ ਓਵਰ ਅਫਰੀਕਾ ਦੀ ਰਿਪਰੈਜ਼ੈਂਟੇਸ਼ਨ ਇਸ ਗਰੁੱਪ ਵਿੱਚ ਹੋਵੇ, ਠੀਕ ਹੈ। ਐਂਡ ਬਾਕੀ ਅਦਰ ਸਮਾਲਰ ਕੰਟਰੀਜ਼ ਵੀ ਬ੍ਰਿਕਸ ਦਾ ਪਾਰਟ ਬਣਨਾ ਚਾਹੁੰਦੀਆਂ ਹੈ ਤਾਂ ਕਿ ਇਕਨੋਮਿਕ ਬੈਨੀਫਿਟਸ ਜਿਹੜਾ ਬ੍ਰਿਕਸ ਪ੍ਰੋਵਾਈਡ ਕਰ ਰਿਹਾ ਹੈ ਉਹਨੂੰ ਲਿਵਰੇਜ ਕੀਤਾ ਜਾ ਸਕੇ, ਰਾਈਟ। ਨਾਓ ਚੈਲੰਜਸ ਵੀ ਹੈ ਬ੍ਰਿਕਸ ਦੀ ਵਰਕਿੰਗ ਵਿੱਚ, ਐਜ਼ ਆਈ ਟੋਲਡ ਯੂ। ਸੋ ਬ੍ਰਿਕਸ ਨੇ ਜਿਵੇਂ ਦੇਖੋ NBD ਵਗੈਰਾ ਇਸ ਤਰੀਕੇ ਦੇ ਮੈਜਰਸ ਲਿੱਤੇ ਤਾਂ ਹੈ, ਬਟ ਇਸ਼ੂ ਕਿਆ ਹੈ, ਜਿਹਨੂੰ ਆਪਾਂ ਬ੍ਰਿਕਸ ਬੈਂਕ ਕਹਿੰਦੇ ਹਾਂ ਜਾਂ ਨਿਊ ਡਿਵੈਲਪਮੈਂਟ, ਮੈंने ਨੈਸ਼ਨਲ ਡਿਵੈਲਪਮੈਂਟ ਬੈਂਕ ਕਹਿ ਦਿੱਤਾ ਸੀ ਸ਼ਾयद, ਨਿਊ ਡਿਵੈਲਪਮੈਂਟ ਬੈਂਕ ਹੈ, राइट। ये न्यू डेवलपमेंट बैंक और ब्रिक्स बैंक एस्टैब्लिश तो हो गया है, बट ਇਹਦਾ ਇਸ਼ੂ क्या है, बहुत ही स्लो पेस ਤੇ लैंडिंग कर पा रहा है, राइट। ਇੰਨੇ ਜ਼ਿਆਦਾ ਰਿਸੋਰਸਸ ਨਹੀਂ ਹੈ ਬ੍ਰਿਕਸ ਕੰਟਰੀਜ਼ ਕੋਲ ਕਿ ਉਹ ਰੈਪਿਡਲੀ ਦੇਨ। ਰਸ਼ੀਆ ਦੇਖੋ ਵਾਰ ਵਿੱਚ ਝੁੱਝਿਆ ਹੋਇਆ ਹੈ, ਇੰਡੀਆ ਦੀ ਖੁਦ ਦੀ ਡਿਵੈਲਪਮੈਂਟ ਨੀਡਸ ਬਹੁਤ ਹੈ, ਚਾਈਨਾ ਦੀ ਇਕੋਨਮੀ ਜਿਹੜੀ ਆ ਉਹ ਖੁਦ ਸਲੋ ਹੋ ਰਹੀ ਹੈ, ਰਾਈਟ। ਚਾਈਨਾ ਬਿਗ ਕੰਟਰੀਬਿਊਟਰ ਹੈ ਬ੍ਰਿਕਸ ਦੇ ਵਿੱਚ, ਠੀਕ ਹੈ। ਸਾਊਥ ਅਫਰੀਕਾ ਵੈਸੇ ਹੀ ਇੰਨੀ ਵੱਡੀ ਕੰਟਰੀ ਨਹੀਂ ਹੈ। तो ऐसे रीजंस करके ब्रिक्स जो है, ब्रिक्स ਦੇ ਬੈਂक्स जो है वो ਇੰਨਾ ਜ਼ਿਆਦਾ ਇਫੈਕਟਿਵਲੀ ਵਰਕ ਹਜੇ ਨਹੀਂ ਕਰ ਪਾ ਰਹੇ ਨੇ, ਰਾਈਟ। ਸੋ ਇਹੀ ਇਹਦਾ ਬਹੁਤ ਵੱਡਾ ਚੈਲੰਜ ਹੈ। ਬਾਕੀ ਜੋ ਇੰਟਰ ਗਰੁੱਪ ਰਾਈਵਲਰੀ ਹੈ, ਇੰਡੀਆ ਚਾਈਨਾ ਦੇ ਡੂ ਨਾਟ ਸੀ ਈਚ ਅਦਰ ਆਈ ਟੂ ਆਈ, ਤਾਂ ਪ੍ਰੋਗਰੈਸ ਜਿਹੜੀ ਹੈ ਡਿਫਿਕਲਟ ਹੈ। ਅਗਰ ਆਪਾਂ ਚਾਈਨਾ ਲੈਡ ਮੈਜਰਸ ਨੂੰ ਸਪੋਰਟ ਕਰ ਰਹੇ ਹਾਂ ਦੈਨ ਵੀ ਆਰ ਸਟਰੈਂਥਨਿੰਗ ਚਾਈਨਾ ਵਿਚ ਵਿਲ ਬੀ ਅ ਥ੍ਰੈਟ ਫॉर ਇੰਡੀਆ ਇਨ ਫਿਊਚਰ, ਠੀਕ ਹੈ। ਸੋ ਇਹ ਸਭ ਇਸ਼ੂਜ਼ ਹੈ ਜਿਹੜੇ ਬ੍ਰਿਕਸ ਦੇ ਨਾਲ ਰਿਲੇਟਡ ਹੈ, ਸਪੈਸ਼ਲੀ ਇੰਡੀਆ ਲਈ। ਸੋ ਟੂ ਰੀਡ them carefully। ਫਾਈਨਲ ਨਿਊਜ਼ ਹੈ, ਦੇਖੋ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਇਹਦਾ ਰੋਲ ਆਪਣੇ ਇਲੈਕਸ਼ਨ ਕੰਡਕਟ ਕਰਾਉਣ 'ਚ, ਫ੍ਰੀ ਫੇਅਰ ਐਂਡ ਇਨਕਲੂਸਿਵ ਇਲੈਕਸ਼ਨਸ ਕਰਾਉਣ 'ਚ ਬਹੁਤ ਜ਼ਿਆਦਾ ਹਾਈ ਹੈ। ਆਰਟੀਕਲ 324 ਦੇ ਅਕੋਰਡਿੰਗ ਇਹੀ ਰੋਲ ਇਲੈਕਸ਼ਨ ਕਮਿਸ਼ਨ ਤੋਂ ਐਕਸਪੈਕਟ ਕੀਤਾ ਜਾਂਦਾ ਹੈ। ਸੋ ਹੁਣ ਰੀਸੈਂਟ ਮੈਜਰ ਕਿਆ ਲੈ ਰਹੀ ਹੈ, ਇਲੈਕਸ਼ਨ ਵੋਟਿੰਗ ਬਾਰੇ ਅਵੇਅਰਨੈਸ ਕ੍ਰੀਏਟ ਕਰਨ ਲਈ ਇਲੈਕਸ਼ਨ ਕਮਿਸ਼ਨ ਟਾਈਮ ਟੂ ਟਾਈਮ ਡਿਫਰੈਂਟ ਫੇਮਸ ਪਰਸਨੈਲਿਟੀਜ਼ ਨੂੰ ਆਪਦਾ ਆਈਕਨ ਚੁਣਦੀ ਰਹਿੰਦੀ ਹੈ। ਐਂਡ ਨਾਓ ਅਗਲੇ ਮਹੀਨੇ ਤੋਂ ਜਿਹੜਾ ਆਈਕਨ ਹੈ ਉਹ ਸਚਿਨ ਤੇਂਦੁਲਕਰ ਬਣਨਗੇ, ਰਾਈਟ। ਸੋ ਮਤਲਬ ਹੀ ਵਿਲ ਬੀ ਪ੍ਰਮੋਟਿੰਗ ਦੀ ਆਈਡੀਆ ਆਫ ਵੋਟਿੰਗ, ਸਾਰੇ ਲੋਕਾਂ ਨੂੰ ਜਾਗਰੂਕ ਕਰਨਾ ਕਿ ਜਾਓ ਆਪਦਾ ਵੋਟ ਕਾਸਟ ਕਰੋ, ਦੈਟ ਇਜ਼ ਵਾਟ ਹੀ ਵਿਲ ਬੀ ਡੂਇੰਗ, ਰਾਈਟ। ਸੋ ਇਲੈਕਸ਼ਨ ਰਿਫਾਰਮਸ ਦੇ ਟੌਪਿਕ ਵਿੱਚ ਐਜ਼ ਐਨ ਐਗਜ਼ਾਮਪਲ ਯੂਜ਼ ਕਰ ਸਕਦੇ ਹੋ ਤੁਸੀਂ, that how election commission is performing its role। election commission ਦੇ role ਤੇ ਤੁਹਾਨੂੰ question ਆ ਸਕਦਾ ਹੈ। to increase voter participation it is using such measures, that is what how you can use it, ठीक है जी। that is all for today। if you have any doubt, any query, just message us on this number, right, and we will get in touch with you। ਜੋ ਵੀ ਤੁਹਾਨੂੰ issue ਹੋਵੇ you can talk with us, right। that is all। thank you so much for joining।